ਵੈਲਕਮ ਟੂ ਮਾਈ YouTube ਚੈਨਲ ਲਰਨਿੰਗ ਜ਼ੋਨ। ਅੱਜ ਅਸੀਂ ਸਥਾਨਕ ਸਵੈ ਸ਼ਾਸਨ ਟੌਪਿਕ ਅਧੀਨ ਪੰਚਾਇਤੀ ਰਾਜ ਵਿਵਸਥਾ, ਜਿਸ ਨੂੰ ਪੇਂਡੂ ਸਥਾਨਕ ਸ਼ਾਸਨ ਕਿਹਾ ਜਾਂਦਾ, ਉਸ ਬਾਰੇ ਪੜ੍ਹਾਂਗੇ। ਇਸ ਦੀ ਹੋਂਦ 73ਵੀਂ ਸੰਵਿਧਾਨਕ ਸੋਧ 1992 ਤੋਂ ਬਾਅਦ ਹੋਈ, ਜੋ ਕਿ 1993 ਵਿੱਚ ਲਾਗੂ ਹੋਈ। ਅੱਜ ਅਸੀਂ ਇਸ ਵੀਡੀਓ ਵਿੱਚ ਇਸ ਦੇ 3 ਪੱਧਰਾਂ ਗ੍ਰਾਮ ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਬਾਰੇ MCQs ਕਰਾਂਗੇ। ਸ਼ਹਿਰੀ ਸਥਾਨਕ ਸ਼ਾਸਨ ਬਾਰੇ ਅਸੀਂ ਅਗਲੀ ਵੀਡੀਓ ਵਿੱਚ ਚਰਚਾ ਕਰਾਂਗੇ। ਹੁਣ ਅਸੀਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪੰਚਾਇਤੀ ਰਾਜ ਵਿਵਸਥਾ। ਪ੍ਰਸ਼ਨ ਨੰਬਰ 1, ਪੇਂਡੂ ਸਥਾਨਕ ਸ਼ਾਸਨ ਸੰਵਿਧਾਨ ਦੀ ਕਿਸ ਸੋਧ 'ਤੇ ਆਧਾਰਿਤ ਹੈ? 72ਵੀਂ ਸੋਧ, 73ਵੀਂ ਸੋਧ, 74ਵੀਂ ਸੋਧ, 75ਵੀਂ ਸੋਧ। ਇਸ ਦਾ ਸਹੀ ਉੱਤਰ ਆਪਸ਼ਨ B 73ਵੀਂ ਸੋਧ। ਪ੍ਰਸ਼ਨ ਨੰਬਰ 2, 73ਵੀਂ ਸੰਵਿਧਾਨਕ ਸੋਧ ਕਿਸ ਰਾਸ਼ਟਰਪਤੀ ਦੁਆਰਾ ਮਨਜ਼ੂਰ ਕੀਤੀ ਗਈ? ਸ਼ੰਕਰ ਦਿਆਲ ਸ਼ਰਮਾ, APJ ਅਬਦੁਲ ਕਲਾਮ, KR ਨਰਾਇਣਨ, ਗਿਆਨੀ ਜੈਲ ਸਿੰਘ। ਇਸ ਦਾ ਸਹੀ ਉੱਤਰ ਆਪਸ਼ਨ A ਸ਼ੰਕਰ ਦਿਆਲ ਸ਼ਰਮਾ। ਪ੍ਰਸ਼ਨ ਨੰਬਰ 3, 73ਵੀਂ ਸੋਧ ਅਧੀਨ ਕਿੰਨੇ ਅਨੁਛੇਦ ਦਰਜ ਕੀਤੇ ਗਏ ਹਨ? 14, 15, 16, 17। ਇਹਦਾ ਸਹੀ ਉੱਤਰ ਆਪਸ਼ਨ C 16 ਅਨੁਛੇਦ 73ਵੀਂ ਸੰਵਿਧਾਨਕ ਸੋਧ ਦੁਆਰਾ ਦਰਜ ਕੀਤੇ ਗਏ ਹਨ। ਇਹ 243 ਅਨੁਛੇਦ ਅਧੀਨ ਅਨੁਛੇਦ A ਤੋਂ P ਤੱਕ ਦਰਜ ਕੀਤੇ ਗਏ ਹਨ। ਪ੍ਰਸ਼ਨ ਨੰਬਰ 4, ਪੰਚਾਇਤੀ ਰਾਜ ਦੀ ਵਿਵਸਥਾ ਸੰਵਿਧਾਨ ਦੇ ਕਿਸ ਭਾਗ ਵਿੱਚ ਕੀਤੀ ਗਈ ਹੈ? ਭਾਗ 7, ਭਾਗ 8, ਭਾਗ 9, ਭਾਗ 10। ਇਹਦਾ ਸਹੀ ਉੱਤਰ ਆਪਸ਼ਨ C ਭਾਗ 9 ਦੇ ਵਿੱਚ ਪੰਚਾਇਤੀ ਰਾਜ ਵਿਵਸਥਾ ਕੀਤੀ ਗਈ ਹੈ। ਪ੍ਰਸ਼ਨ ਨੰਬਰ 5, ਗ੍ਰਾਮ ਪੰਚਾਇਤ ਦੇ ਸੰਗਠਨ ਬਾਰੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਕਿਸ ਅਨੁਛੇਦ ਵਿੱਚ ਜ਼ਿਕਰ ਕੀਤਾ ਗਿਆ ਹੈ? ਅਨੁਛੇਦ 40, ਅਨੁਛੇਦ 41, ਅਨੁਛੇਦ 42, ਅਨੁਛੇਦ 43। ਇਹਦਾ ਸਹੀ ਉੱਤਰ ਆਪਸ਼ਨ A ਅਨੁਛੇਦ 40 ਵਿੱਚ ਗ੍ਰਾਮ ਪੰਚਾਇਤਾਂ ਦੇ ਸੰਗਠਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ ਨੇ। ਪ੍ਰਸ਼ਨ ਨੰਬਰ 6, ਪੰਚਾਇਤੀ ਰਾਜ ਵਿਵਸਥਾ ਦੀ ਕਿਸ ਅਨੁਸੂਚੀ ਵਿੱਚ ਵਿਵਸਥਾ ਕੀਤੀ ਗਈ ਹੈ? 9ਵੀਂ ਅਨੁਸੂਚੀ, 10ਵੀਂ ਅਨੁਸੂਚੀ, 11ਵੀਂ ਅਨੁਸੂਚੀ, 12ਵੀਂ ਅਨੁਸੂਚੀ। ਇਸ ਦਾ ਸਹੀ ਉੱਤਰ ਆਪਸ਼ਨ C 11ਵੀਂ ਅਨੁਸੂਚੀ ਵਿੱਚ ਪੰਚਾਇਤੀ ਰਾਜ ਵਿਵਸਥਾ ਦੇ ਬਾਰੇ ਵਿਵਸਥਾ ਕੀਤੀ ਗਈ ਹੈ। ਪ੍ਰਸ਼ਨ ਨੰਬਰ 7, ਪੰਚਾਇਤੀ ਰਾਜ ਪ੍ਰਣਾਲੀ ਕਿਸ 'ਤੇ ਆਧਾਰਿਤ ਹੈ? ਸੱਤਾ ਦਾ ਕੇਂਦਰੀਕਰਨ, ਸੱਤਾ ਦਾ ਵਿਕੇਂਦਰੀਕਰਨ, ਲੋਕਾਂ ਦੁਆਰਾ ਸ਼ਾਸਨ, ਸਰਬਪੱਖੀ ਵਿਕਾਸ। ਇਸ ਦਾ ਸਹੀ ਉੱਤਰ ਆਪਸ਼ਨ B ਸੱਤਾ ਦਾ ਵਿਕੇਂਦਰੀਕਰਨ। ਸੱਤਾ ਦੇ ਵਿਕੇਂਦਰੀਕਰਨ ਤੋਂ ਭਾਵ ਕਿ ਜਿਹੜੀ ਸ਼ਕਤੀ ਹੈਗੀ ਉਸ ਨੂੰ ਵੰਡ ਦਿੱਤਾ ਜਾਵੇ ਅਤੇ ਹੇਠਲੇ ਪੱਧਰ ਦੇ ਲੋਕ ਵੀ ਇਸ ਦੀ ਵਰਤੋਂ ਕਰਨ। ਪ੍ਰਸ਼ਨ ਨੰਬਰ 8, ਕਿਸ ਅਧੀਨ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਦੀ ਗੱਲ ਕੀਤੀ ਗਈ ਹੈ? ਮੌਲਿਕ ਅਧਿਕਾਰ, ਨੀਤੀ ਨਿਰਦੇਸ਼ਕ ਸਿਧਾਂਤ, ਮੌਲਿਕ ਕਰਤੱਵ, ਚੋਣ ਆਯੋਗ ਦੇ ਕਾਨੂੰਨ। ਇਹਦਾ ਸਹੀ ਉੱਤਰ ਆਪਸ਼ਨ B ਨੀਤੀ ਨਿਰਦੇਸ਼ਕ ਸਿਧਾਂਤ। ਜਿਵੇਂ ਕਿ ਆਪਾਂ ਉੱਪਰ ਪੜ੍ਹ ਕੇ ਆਏ ਹਾਂਗੇ, ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਅਨੁਛੇਦ 40 ਅਧੀਨ ਰਾਜਾਂ ਨੂੰ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕਰਨ ਬਾਰੇ ਹਦਾਇਤ ਕੀਤੀ ਗਈ ਹੈ। ਪ੍ਰਸ਼ਨ ਨੰਬਰ 9, 11ਵੀਂ ਅਨੁਸੂਚੀ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਕਿੰਨੇ ਕੰਮ ਸੌਂਪੇ ਗਏ? 18, 19, 28, 29। ਇਸ ਦਾ ਸਹੀ ਉੱਤਰ ਆਪਸ਼ਨ D 29 ਕੰਮ 11ਵੀਂ ਅਨੁਸੂਚੀ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਦਿੱਤੇ ਗਏ ਨੇ। ਪ੍ਰਸ਼ਨ ਨੰਬਰ 10, ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਕਰਵਾਉਣ ਲਈ ਕੌਣ ਜ਼ਿੰਮੇਵਾਰ ਹੈ? ਕੇਂਦਰੀ ਚੋਣ ਆਯੋਗ, ਰਾਜ ਚੋਣ ਆਯੋਗ, ਸੰਸਦ, ਰਾਜ ਵਿਧਾਨ ਸਭਾ। ਇਸ ਦਾ ਸਹੀ ਉੱਤਰ ਆਪਸ਼ਨ B ਰਾਜ ਚੋਣ ਆਯੋਗ ਇਸ ਲਈ ਜ਼ਿੰਮੇਵਾਰ ਹੈ। ਪ੍ਰਸ਼ਨ ਨੰਬਰ 11, ਪੰਚਾਇਤਾਂ ਦੀ ਚੋਣ ਕਰਵਾਉਣ ਦਾ ਨਿਰਣਾ ਕਿਸ ਦੁਆਰਾ ਲਿਆ ਜਾਂਦਾ ਹੈ? ਕੇਂਦਰ ਸਰਕਾਰ, ਕੇਂਦਰੀ ਚੋਣ ਆਯੋਗ, ਰਾਜ ਸਰਕਾਰ, ਵਿਧਾਨ ਸਭਾ। ਇਹਦਾ ਸਹੀ ਉੱਤਰ ਆਪਸ਼ਨ C ਰਾਜ ਸਰਕਾਰ। ਪੰਚਾਇਤ ਦੀਆਂ ਚੋਣਾਂ ਸੰਬੰਧੀ ਨਿਰਣਾ ਰਾਜ ਸਰਕਾਰ ਕਰਦੀ ਹੈ, ਪਰੰਤੂ ਇਸ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਰਾਜ ਚੋਣ ਆਯੋਗ ਦੀ ਹੁੰਦੀ ਹੈ। ਪ੍ਰਸ਼ਨ ਨੰਬਰ 12, ਪੰਚਾਇਤੀ ਰਾਜ ਸੰਸਥਾਵਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 3 ਸਾਲ, 4 ਸਾਲ, 5 ਸਾਲ, ਨਿਸ਼ਚਿਤ ਨਹੀਂ। ਇਸ ਦਾ ਸਹੀ ਉੱਤਰ ਆਪਸ਼ਨ C 5 ਸਾਲ। ਆਮ ਹਾਲਾਤਾਂ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦਾ ਕਾਰਜਕਾਲ 5 ਸਾਲ ਹੁੰਦਾ ਹੈ, ਪਰੰਤੂ ਖਾਸ ਹਾਲਾਤਾਂ ਵਿੱਚ ਇਸ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ। ਪ੍ਰਸ਼ਨ ਨੰਬਰ 13, 73ਵੀਂ ਸੰਵਿਧਾਨਕ ਸੋਧ ਕਿਸ ਮਿਤੀ ਨੂੰ ਲਾਗੂ ਹੋਈ?
इसका सही उत्तर ऑप्शन ए 24 अप्रैल 1993 ਨੂੰ ਇਹ ਸੋਧ ਲਾਗੂ ਹੋਈ। ਪ੍ਰਸ਼ਨ ਨੰਬਰ 14 ਪੰਚਾਇਤੀ ਰਾਜ ਦੀ ਸ਼ੁਰੂਆਤ ਕਦੋਂ ਹੋਈ? 2 ਨਵੰਬਰ 1959, 2 ਅਕਤੂਬਰ 1959, 1 ਅਕਤੂਬਰ 1959, 2 ਅਕਤੂਬਰ 1956। इसका सही उत्तर ऑप्शन बी 2 अक्तूबर 1959। प्रश्न नंबर 15 पंचायती राज की शुरुआत कित्थे हुई? इसका सही उत्तर ऑप्शन बी नागौर राजस्थान विच 2 अक्तूबर 1959 ईस्वी में पंचायती राज की शुरुआत की गई। प्रश्न नंबर 16 पंचायती राज की व्यवस्था किस सूची अधीन है? संघ सूची, राज सूची, समवर्ती सूची, इन्हां विचों कोई नहीं। इसका सही उत्तर ऑप्शन बी राज सूची विच पंचायती राज व्यवस्था की गई है। प्रश्न नंबर 17 सब तो पहला किस राज विच पूर्ण रूप नाल पंचायती राज लागू होया? आंध्र प्रदेश, राजस्थान, गुजरात, केरल। इसका सही उत्तर ऑप्शन ए आंध्र प्रदेश। पंचायती राज की शुरुआत भावें राजस्थान के नागौर तो हुई है, परंतु पूर्ण रूप में इसनूं आंध्र प्रदेश में लागू किया गया। प्रश्न नंबर 18 किस कमेटी दीयां सिफारसां के आधार पर भारत में पंचायती राज की व्यवस्था की गई? बलवंत राय मेहता, अशोक मेहता कमेटी, PVK राय कमेटी, सिंघवी कमेटी। इसका सही उत्तर ऑप्शन ए बलवंत राय मेहता कमेटी दीयां सिफारसां ते भारत में पंचायती राज की व्यवस्था की गई। प्रश्न नंबर 19 भारत में स्थानक स्वै शासन का जनक किसनूं कहा जाता है? लॉर्ड रिपन, लॉर्ड हार्डिंग, लॉर्ड मैकाले, लॉर्ड डलहौजी। इसका सही उत्तर ऑप्शन ए लॉर्ड रिपन। प्रश्न नंबर 20 बलवंत राय मेहता कमेटी ने पंचायती राज व्यवस्था के अधीन किन्ने पद्धरी ढांचे की स्थापना की सलाह दी? ऑप्शन 1 पद्धरी, 2 पद्धरी, 3 पद्धरी, 4 पद्धरी। इसका सही उत्तर ऑप्शन सी 3 पद्धरी ढांचे की व्यवस्था की सलाह दी सी उन्होंने। प्रश्न नंबर 21 बलवंत राय मेहता ने किहड़े पद्धर की गल की? पिंड पद्धर, ब्लाक पद्धर, जिला पद्धर, उपरोक्त सारे। इसका सही उत्तर ऑप्शन डी उपरोक्त सारे। बलवंत राय मेहता कमेटी 1957 में बनाई गई तो इसने अपनी रिपोर्ट 1959 में दी। 3 पद्धरी ढांचों बारे उन्होंने गल की जिहदे विच पहला पद्धर पिंड पद्धर होवेगा, दूजा ब्लाक पद्धर ते तीजा जिला पद्धर। इस तो बाद महत्वपूर्ण कमेटी है जिहड़ी अशोक मेहता कमेटी है जिहड़ी 1977 में बनाई गई सी। इसने 2 पद्धरी ढांचे की जिक्र किया सीगा, एक मंडल पद्धर ते दूजा जिला पद्धर ते। तीजी कमेटी महत्वपूर्ण जिहड़ी ओह PVK राय कमेटी है जिहड़ी कि 1985 में बनाई गई सी। इसने 4 पद्धरी ढांचे की गल की सी, एक पिंड पद्धर ते, फिर मंडल पद्धर ते, जिला पद्धर ते एक राज विकास परिषद होगी। प्रश्न नंबर 22 भारत में किन्ने पद्धरी पंचायती राज की स्थापना की गल कही गई है? इसका 1 पद्धरी, 2 पद्धरी, 3 पद्धरी, 4 पद्धरी। इसका सही उत्तर ऑप्शन सी 3 पद्धरी। जिमें कि आप उपर पढ़ के आए हैं कि भारत में पंचायती राज जी व्यवस्था हैगी वो बलवंत राय मेहता कमेटी दी सिफारसां के आधार पर की गई हैगी। तो बलवंत राय मेहता कमेटी ने जिहड़े वो 3 पद्धरी पंचायती राज व्यवस्था की गल की सी। प्रश्न नंबर 23 पंचायती राज पद्धर दी संस्थावां विच औरतां लई किन्ने पद राखवें हुंदे हन? 1/2, 1/3, 1/5, 2/3। इसका सही उत्तर ऑप्शन बी 1/3 ਜਾਂ 1/3 पद है जिहड़े वो औरतां लई इन्हां संस्थावां विच राखवें रखे गए हैं। प्रश्न नंबर 24 पंचायत चोण लई किसी उम्मीदवार की उम्र कितनी होनी चाहिए है? 18 साल, 21 साल, 25 साल, 30 साल। इसका सही उत्तर ऑप्शन बी 21 साल। प्रश्न नंबर 25 जेकर पंचायत भंग होंदी है तो कितने समय के अंदर अंदर चोण होनी जरूरी है? 2 महीने, 4 महीने, 6 महीने, 8 महीने। इसका सही उत्तर ऑप्शन सी 6 महीने के विच चोण होनी जरूरी है। प्रश्न नंबर 26
ਪੇਂਡੂ ਸਥਾਨਕ ਸ਼ਾਸਨ ਦੀਆਂ ਕਿੰਨੀਆਂ ਕਿਸਮਾਂ ਹਨ? 1 ਕਿਸਮ, 2 ਕਿਸਮ, 3 ਕਿਸਮ, 4 ਕਿਸਮ। ਇਸ ਦਾ ਸਹੀ ਉੱਤਰ 3 ਪ੍ਰਕਾਰ ਦੀਆਂ ਜਾਂ 3 ਕਿਸਮਾਂ ਦੇ ਜਿਹੜੇ ਉਹ ਪੇਂਡੂ ਸਥਾਨਕ ਸ਼ਾਸਨ ਦੀ ਜਿਹੜਾ ਉਹ ਹੁੰਦਾ। ਪ੍ਰਸ਼ਨ ਨੰਬਰ 27, ਸਰਪੰਚ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? ਪ੍ਰਤੱਖ ਤੌਰ 'ਤੇ ਲੋਕਾਂ ਦੁਆਰਾ, ਗ੍ਰਾਮ ਪੰਚਾਇਤ ਦੇ ਮੈਂਬਰਾਂ ਦੁਆਰਾ, ਗ੍ਰਾਮ ਸਭਾ ਦੇ ਮੈਂਬਰਾਂ ਦੁਆਰਾ, ਨਾਮਜ਼ਦਗੀ ਦੁਆਰਾ। ਇਸ ਦਾ ਸਹੀ ਉੱਤਰ ਆਪਸ਼ਨ ਏ ਪ੍ਰਤੱਖ ਤੌਰ 'ਤੇ ਲੋਕਾਂ ਦੁਆਰਾ ਵਰਤਮਾਨ ਸਮੇਂ ਵਿੱਚ ਸਰਪੰਚ ਦੀ ਚੋਣ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 28, ਗ੍ਰਾਮ ਪੰਚਾਇਤ ਦੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਕਿੰਨੇ ਮੈਂਬਰ ਹੁੰਦੇ ਹਨ? ਇਸ ਦਾ ਸਹੀ ਉੱਤਰ ਆਪਸ਼ਨ ਬੀ 5, ਘੱਟੋ ਘੱਟ ਮੈਂਬਰ 5 ਅਤੇ ਵੱਧ ਤੋਂ ਵੱਧ 13। ਇਹ ਗ੍ਰਾਮ ਪੰਚਾਇਤ ਦੇ ਵਸੋਂ ਦੇ ਆਧਾਰ 'ਤੇ ਨਿਰਧਾਰਿਤ ਕੀਤੇ ਜਾਂਦੇ ਆ। ਪ੍ਰਸ਼ਨ ਨੰਬਰ 29, ਪੰਚਾਇਤ ਸਮਿਤੀ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੁੰਦੇ ਹਨ? ਇਸ ਦਾ ਸਹੀ ਉੱਤਰ ਆਪਸ਼ਨ ਏ 6 ਤੋਂ 15, ਘੱਟੋ ਘੱਟ 6 ਮੈਂਬਰ ਅਤੇ ਵੱਧ ਤੋਂ ਵੱਧ 15 ਮੈਂਬਰ। ਪ੍ਰਸ਼ਨ ਨੰਬਰ 30, ਜ਼ਿਲ੍ਹਾ ਪ੍ਰੀਸ਼ਦ ਦੀ ਘੱਟੋ ਘੱਟ ਅਤੇ ਵੱਧ ਤੋਂ ਵੱਧ ਮੈਂਬਰਾਂ ਦੀ ਸੰਖਿਆ ਕਿੰਨੀ ਹੁੰਦੀ ਹੈ? ਇਸ ਦਾ ਸਹੀ ਉੱਤਰ ਆਪਸ਼ਨ ਏ 10, ਘੱਟੋ ਘੱਟ 10 ਮੈਂਬਰ ਅਤੇ ਵੱਧ ਤੋਂ ਵੱਧ ਮੈਂਬਰ 25 ਹੁੰਦੇ ਨੇ, ਜੋ ਕਿ ਉਸ ਜ਼ਿਲ੍ਹਾ ਪ੍ਰੀਸ਼ਦ ਦੀ ਵਸੋਂ ਦੀ ਜਨਸੰਖਿਆ ਦੇ ਆਧਾਰ 'ਤੇ ਨਿਰਧਾਰਿਤ ਕੀਤੇ ਜਾਂਦੇ ਹਨ। ਪ੍ਰਸ਼ਨ ਨੰਬਰ 31, ਗ੍ਰਾਮ ਪੰਚਾਇਤ ਬਣਾਉਣ ਲਈ ਘੱਟੋ ਘੱਟ ਕਿੰਨੀ ਵਸੋਂ ਦਾ ਹੋਣਾ ਜ਼ਰੂਰੀ ਹੈ? 100 ਤੋਂ ਵੱਧ, 200 ਤੋਂ ਵੱਧ, 300 ਤੋਂ ਵੱਧ, 500 ਤੋਂ ਵੱਧ। ਇਸ ਦਾ ਸਹੀ ਉੱਤਰ ਆਪਸ਼ਨ ਬੀ 200 ਤੋਂ ਵੱਧ ਜਿਸ ਇਲਾਕੇ ਦੀ ਵਸੋਂ ਹੁੰਦੀ ਹੈ ਉੱਥੇ ਗ੍ਰਾਮ ਪੰਚਾਇਤ ਬਣਾਈ ਜਾ ਸਕਦੀ ਹੈ। ਪ੍ਰਸ਼ਨ ਨੰਬਰ 32, ਪੰਚਾਇਤੀ ਰਾਜ ਦੀ ਸਭ ਤੋਂ ਉੱਪਰਲੀ ਇਕਾਈ ਕਿਹੜੀ ਹੈ? ਜ਼ਿਲ੍ਹਾ ਪ੍ਰੀਸ਼ਦ, ਨਗਰ ਕੌਂਸਲ, ਪੰਚਾਇਤ, ਬਲਾਕ ਸਮਿਤੀ। ਇਸ ਦਾ ਸਹੀ ਉੱਤਰ ਆਪਸ਼ਨ ਏ ਜ਼ਿਲ੍ਹਾ ਪ੍ਰੀਸ਼ਦ। ਪ੍ਰਸ਼ਨ ਨੰਬਰ 33, ਪੰਚਾਇਤੀ ਰਾਜ ਦੀ ਸਭ ਤੋਂ ਹੇਠਲੀ ਇਕਾਈ ਕਿਹੜੀ ਹੈ? ਜ਼ਿਲ੍ਹਾ ਪ੍ਰੀਸ਼ਦ, ਨਗਰ ਕੌਂਸਲ, ਪੰਚਾਇਤ, ਬਲਾਕ ਸਮਿਤੀ। ਇਸ ਦਾ ਸਹੀ ਉੱਤਰ ਆਪਸ਼ਨ ਸੀ ਗ੍ਰਾਮ ਪੰਚਾਇਤ ਪੰਚਾਇਤੀ ਰਾਜ ਦੀ ਸਭ ਤੋਂ ਹੇਠਲੀ ਇਕਾਈ ਹੁੰਦੀ ਹੈ। ਬਲਾਕ ਸਮਿਤੀ ਜਿਹੜੀ ਉਹ ਵਿਚਕਾਰਲੀ ਅਤੇ ਜ਼ਿਲ੍ਹਾ ਪ੍ਰੀਸ਼ਦ ਹੈ ਜਿਹੜੀ ਉਹ ਸਭ ਤੋਂ ਉੱਪਰਲੀ ਇਕਾਈ ਹੁੰਦੀ ਹੈ। ਪ੍ਰਸ਼ਨ ਨੰਬਰ 34, ਪੰਜਾਬ ਵਿੱਚ ਪੰਚਾਇਤੀ ਰਾਜ ਕਾਨੂੰਨ ਕਦੋਂ ਲਾਗੂ ਹੋਇਆ? 21 ਅਪ੍ਰੈਲ 1992, 20 ਅਪ੍ਰੈਲ 1994, 21 ਅਪ੍ਰੈਲ 1994, 21 ਅਪ੍ਰੈਲ 1993। ਇਹਦਾ ਸਹੀ ਉੱਤਰ ਆਪਸ਼ਨ ਸੀ 21 ਅਪ੍ਰੈਲ 1994। ਪ੍ਰਸ਼ਨ ਨੰਬਰ 35, ਪੰਚਾਇਤੀ ਰਾਜ ਨਾਲ ਸੰਬੰਧਿਤ ਅਨੁਛੇਦ ਕਿਹੜਾ ਹੈ? ਇਸ ਦਾ ਸਹੀ ਉੱਤਰ ਆਪਸ਼ਨ ਸੀ 243 ਜਿਹੜਾ ਅਨੁਛੇਦ ਆ ਉਹ ਪੰਚਾਇਤੀ ਰਾਜ ਨਾਲ ਸੰਬੰਧਿਤ ਆ ਅਤੇ ਇਸ ਦੇ ਅਧੀਨ ਏ ਤੋਂ ਲੈ ਕੇ ਪੀ ਤੱਕ ਅਨੁਛੇਦ ਦਿੱਤੇ ਹੋਏ ਨੇ। ਪ੍ਰਸ਼ਨ ਨੰਬਰ 36, ਰਾਜ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ, ਰਾਜਪਾਲ, ਮੁੱਖ ਮੰਤਰੀ, ਪ੍ਰਧਾਨ ਮੰਤਰੀ। ਇਸ ਦਾ ਸਹੀ ਉੱਤਰ ਆਪਸ਼ਨ ਬੀ ਰਾਜਪਾਲ। ਪ੍ਰਸ਼ਨ ਨੰਬਰ 37, ਗ੍ਰਾਮ ਪੰਚਾਇਤ ਦਾ ਕਾਰਜਕਾਲ ਕਿੰਨਾ ਸਮਾਂ ਹੁੰਦਾ ਹੈ? 2 ਸਾਲ, 4 ਸਾਲ, 5 ਸਾਲ, 6 ਸਾਲ। ਇਹਦਾ ਸਹੀ ਉੱਤਰ ਆਪਸ਼ਨ ਸੀ 5 ਸਾਲ। ਆਮ ਹਾਲਾਤਾਂ ਵਿੱਚ ਗ੍ਰਾਮ ਪੰਚਾਇਤ ਦਾ ਕਾਰਜਕਾਲ 5 ਸਾਲ ਹੁੰਦਾ ਹੈ, ਪਰੰਤੂ ਕਿਸੇ ਖਾਸ ਸਥਿਤੀ ਵਿੱਚ ਇਸ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ। ਪ੍ਰਸ਼ਨ ਨੰਬਰ 38, ਪੰਚਾਇਤਾਂ ਦੀਆਂ ਚੋਣਾਂ ਸੰਬੰਧੀ ਪੈਦਾ ਹੋਏ ਝਗੜਿਆਂ ਦੀ ਸੁਣਵਾਈ ਕੌਣ ਕਰਦਾ ਹੈ? ਸਰਵਉੱਚ ਅਦਾਲਤ, ਰਾਜ ਦੀ ਉੱਚ ਅਦਾਲਤ, ਜ਼ਿਲ੍ਹਾ ਅਦਾਲਤ, ਰਾਜ ਸਰਕਾਰ। ਇਹਦਾ ਸਹੀ ਉੱਤਰ ਆਪਸ਼ਨ ਡੀ ਰਾਜ ਸਰਕਾਰ, ਕਿਉਂਕਿ ਪੰਚਾਇਤੀ ਸੰਬੰਧੀ ਪੈਦਾ ਹੋਏ ਚੋਣ ਝਗੜਿਆਂ ਨੂੰ ਕਿਸੇ ਵੀ ਅਦਾਲਤ ਵਿੱਚ ਨਹੀਂ ਲਿਜਾਇਆ ਜਾਂਦਾ। ਪ੍ਰਸ਼ਨ ਨੰਬਰ 39, ਗ੍ਰਾਮ ਸਭਾ ਦੀਆਂ ਬੈਠਕਾਂ ਲਈ ਕੋਰਮ ਕਿੰਨਾ ਨਿਸ਼ਚਿਤ ਕੀਤਾ ਗਿਆ ਹੈ? ਕੋਰਮ ਤੋਂ ਭਾਵ ਘੱਟੋ ਘੱਟ ਉਹ ਗਿਣਤੀ ਜਿਹੜੀ ਕਿਸੇ ਸਭਾ ਦੇ ਚਲਾਉਣ ਲਈ ਜ਼ਰੂਰੀ ਹੁੰਦੀ ਹੈ। 1/5, 1/3, 2/3, 1/10। ਇਸਦਾ ਸਹੀ ਉੱਤਰ ਆਪਸ਼ਨ ਏ 1/5 ਮੈਂਬਰ ਹਾਜ਼ਰ ਹੋਣੇ ਚਾਹੀਦੇ ਆ ਗ੍ਰਾਮ ਸਭਾ ਦੀਆਂ ਬੈਠਕਾਂ ਦੇ ਸੰਚਾਲਨ ਦੇ ਲਈ। ਪ੍ਰਸ਼ਨ ਨੰਬਰ 40,
ਇੱਕ ਸਾਲ ਵਿੱਚ ਗ੍ਰਾਮ ਸਭਾ ਦੀਆਂ ਕਿੰਨੀਆਂ ਬੈਠਕਾਂ ਹੁੰਦੀਆਂ ਹਨ? 1 ਵਾਰ, 2 ਵਾਰ, 3 ਵਾਰ, 4 ਵਾਰ। ਇਹਦਾ ਸਹੀ ਉੱਤਰ ਆਪਸ਼ਨ ਬੀ 2 ਵਾਰ। 1 ਵਾਰ ਹਾੜੀ ਦੇ ਸੀਜ਼ਨ ਦੀ, 1 ਵਾਰ ਸਾਉਣੀ ਦੇ ਸੀਜ਼ਨ ਦੀ। ਗ੍ਰਾਮ ਸਭਾ ਤੋਂ ਭਾਵ ਉਸ ਇਲਾਕੇ ਦੇ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਜਿਹੜੇ ਵਿਅਕਤੀ ਹੈਗੇ ਉਹ ਗ੍ਰਾਮ ਸਭਾ ਦੇ ਮੈਂਬਰ ਹੁੰਦੇ ਨੇ। ਪ੍ਰਸ਼ਨ ਨੰਬਰ 41, ਗ੍ਰਾਮ ਪੰਚਾਇਤ ਦੀ ਬੈਠਕ ਕਿੰਨੇ ਸਮੇਂ ਬਾਅਦ ਹੁੰਦੀ ਹੈ? 1 ਮਹੀਨੇ ਵਿੱਚ 1 ਵਾਰ, 2 ਮਹੀਨੇ ਵਿੱਚ 1 ਵਾਰ, 3 ਮਹੀਨੇ ਵਿੱਚ 1 ਵਾਰ, 6 ਮਹੀਨੇ ਵਿੱਚ 1 ਵਾਰ। ਇਸ ਦਾ ਸਹੀ ਉੱਤਰ ਆਪਸ਼ਨ ਏ 1 ਮਹੀਨੇ ਵਿੱਚ 1 ਵਾਰ ਗ੍ਰਾਮ ਪੰਚਾਇਤ ਦੀ ਜਿਹੜੀ ਬੈਠਕ ਆ ਉਹ ਕਰਨੀ ਜ਼ਰੂਰੀ ਹੁੰਦੀ ਹੈ। ਹੁਣ ਅਸੀਂ ਇਸ ਟੇਬਲ ਵਿੱਚ 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਦੀ ਆਪਸ ਵਿੱਚ ਤੁਲਨਾ ਕਰਾਂਗੇ। 73ਵੀਂ ਸੰਵਿਧਾਨਕ ਸੋਧ ਪੇਂਡੂ ਸ਼ਾਸਨ ਪ੍ਰਣਾਲੀ ਲਈ ਹੈ, ਜਿਸ ਨੂੰ ਕਿ ਪੰਚਾਇਤੀ ਰਾਜ ਵਿਵਸਥਾ ਵੀ ਕਿਹਾ ਜਾਂਦਾ ਹੈਗਾ, ਅਤੇ 74ਵੀਂ ਜਿਹੜੀ ਸੰਵਿਧਾਨਕ ਸੋਧ ਆ ਉਹ ਸ਼ਹਿਰੀ ਸ਼ਾਸਨ ਲਈ ਲਿਆਂਦੀ ਗਈ ਹੈ। ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਹੈ? 73ਵੀਂ ਸੰਵਿਧਾਨਕ ਸੋਧ 9ਵੇਂ ਭਾਗ ਵਿੱਚ, ਅਤੇ 74ਵੀਂ ਜਿਹੜੀ ਉਹ 9A ਭਾਗ ਦੇ ਵਿੱਚ। ਕਿਹੜੀਆਂ ਅਨੁਸੂਚੀਆਂ ਬਣਾਈਆਂ ਗਈਆਂ ਇਹਨਾਂ ਸੋਧਾਂ ਤੋਂ ਬਾਅਦ? 73ਵੀਂ ਸੰਵਿਧਾਨਕ ਸੋਧ ਤੋਂ ਬਾਅਦ 11ਵੀਂ ਅਨੁਸੂਚੀ ਬਣਾਈ ਗਈ, ਅਤੇ 74ਵੀਂ ਸੰਵਿਧਾਨਕ ਸੋਧ ਤੋਂ ਬਾਅਦ 12ਵੀਂ ਅਨੁਸੂਚੀ ਬਣਾਈ ਗਈ। ਕਿਹੜੇ ਕਿਹੜੇ ਅਨੁਛੇਦਾਂ ਵਿੱਚ ਦਰਜ ਨੇ? 73ਵੀਂ ਸੰਵਿਧਾਨਕ ਸੋਧ ਜਿਹੜੀ ਉਹ 243 ਅਨੁਛੇਦ ਅਧੀਨ A ਤੋਂ ਲੈ ਕੇ P ਤੱਕ 16 ਅਨੁਛੇਦ ਬਣਾਏ ਗਏ ਨੇ, ਅਤੇ 74ਵੀਂ ਸੰਵਿਧਾਨਕ ਸੋਧ ਵਿੱਚ 243 ਅਨੁਛੇਦ ਅਧੀਨ Q ਤੋਂ ZG ਤੱਕ 16 ਅਨੁਛੇਦ ਬਣਾਏ ਗਏ ਨੇ। ਕੁੱਲ ਅਨੁਛੇਦ ਕਿੰਨੇ ਕਿੰਨੇ ਨੇ? ਦੋਨਾਂ ਵਿੱਚ ਹੀ 16 ਨੇ। ਚੋਣ ਲਈ ਉਮਰ ਕਿੰਨੀ ਹੈਗੀ? ਦੋਵਾਂ ਵਿੱਚ 21 ਸਾਲ। ਔਰਤਾਂ ਲਈ ਰਾਖਵਾਂਕਰਨ ਵੀ ਦੋਨਾਂ ਵਿੱਚ 1/3 ਹੈ, ਭਾਵ ਕਿ 33% ਸਥਾਨ ਆ ਜਿਹੜੇ ਔਰਤਾਂ ਲਈ ਰਾਖਵੇਂ ਹੈਗੇ। ਕੁੱਲ ਵਿਸ਼ੇ ਪੇਂਡੂ ਸ਼ਾਸਨ ਅਧੀਨ 29 ਵਿਸ਼ੇ ਹੈਗੇ, ਅਤੇ ਸ਼ਹਿਰੀ ਅਧੀਨ 18 ਨੇ। ਕੋਰਮ ਦੋਨਾਂ ਵਿੱਚ 1/5 ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ, ਅਤੇ ਦੋਵਾਂ ਦਾ ਕਾਰਜਕਾਲ ਵੀ ਆਮ ਹਾਲਾਤਾਂ ਵਿੱਚ 5 ਸਾਲ ਹੁੰਦਾ ਹੈ।